बिस्मिल्लाहिर्रहमानिर्रहीम जी। अंगारे टीवी ਦੇ ਸਾਰੇ ਨਾਜ਼ਰੀਨ ਨੂੰ ਮੇਰੇ ਵੱਲੋਂ ਜੀ ਆਇਆਂ ਨੂੰ। ਅਸੀਂ ਇਹ ਸਿਲਸਿਲਾ ਸ਼ੁਰੂ ਕਰ ਰਹੇ ਹਾਂ ਪੰਜਾਬੀ ਵਿੱਚ ਗੱਲਬਾਤ ਦਾ। ਅੰਗਾਰੇ ਟੀਵੀ ਜਿਵੇਂ ਕਿ ਤੁਸੀਂ ਦੇਖਦੇ ਹੋ ਅਦਬੀ ਮੌਜ਼ੂਆਤ ਦੇ ਹਵਾਲੇ ਨਾਲ ਇੱਕ ਬੜਾ ਸੋਹਣਾ ਆਰ ਸ਼ੁਰੂ ਕੀਤਾ ਡਾਕਟਰ ਸਈਦ ਆਮਰ ਸੁਹੇਲ ਸਾਹਿਬ ਨੇ। ਡਾਕਟਰ ਸਈਦ ਆਮਰ ਸੁਹੇਲ ਸਾਹਿਬ ਨੂੰ ਵੀ ਮੈਂ ਮੁਬਾਰਕਬਾਦ ਦਿੰਦਾ ਔਰ ਇਹਦੇ ਨਾਲ ਜੁੜੇ ਜਿੰਨੇ ਲੋਕ ਨੇ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਵੀ ਔਰ ਜੀ ਆਇਆਂ ਨੂੰ, ਕਿਉਂਕਿ ਕਿਸੇ ਵੀ ਮੁਆਸ਼ਰੇ 'ਚ ਜਿਹੜੀ ਤਬਦੀਲੀ ਹੈ ਜਾਂ ਮੁਸਬਤ ਤਬਦੀਲੀ ਹੈ ਉਹ ਅਦਬ ਦੀ ਗੱਲਬਾਤ ਨਾਲ ਹੀ ਮੁਮਕਿਨ ਹੈ। ਅਦਬ ਬੁਨਿਆਦੀ ਤੌਰ 'ਤੇ ਇਹੀ ਕੰਮ ਕਰਦਾ ਹੈ ਕਿ ਸਾਰੀ ਦੁਨੀਆ ਦੇ ਇਨਸਾਨਾਂ ਦੇ ਵਿੱਚ ਜਿਹੜੀਆਂ ਸਾਂਝਾਂ ਨੇ ਉਹਨਾਂ ਦੀ ਖੁਸ਼ੀ ਗਮੀ ਦੇ ਜਜ਼ਬਿਆਂ ਦੇ ਹਵਾਲੇ ਨਾਲ, ਜ਼ਿੰਦਗੀ ਕਰਨ ਦੇ ਹਵਾਲੇ ਨਾਲ ਉਹਨਾਂ ਨੂੰ ਖੋਜਣ ਦਾ ਔਰ ਉਹਨਾਂ ਦੇ ਉੱਤੇ ਨਵੀਂ ਗੱਲਬਾਤ ਦੇ ਜ਼ਰੀਏ ਜ਼ਿੰਦਗੀ 'ਚ ਨਵੇਂ ਇਮਕਾਨਾਂ ਦੀ ਗੱਲ ਛੇੜਨ ਦਾ ਨਾਂ ਹੈ। ਸੋ ਸਾਰਿਆਂ ਨੂੰ ਬਹੁਤ ਜੀ ਆਇਆਂ ਨੂੰ, ਬਹੁਤ ਡਾਕਟਰ ਸਾਹਿਬ ਨੂੰ ਮੁਬਾਰਕਬਾਦ ਕਿ ਉਹਨਾਂ ਨੇ ਸਿਲਸਿਲਾ ਸ਼ੁਰੂ ਕੀਤਾ। ਅਸੀਂ ਇਸ ਵਿੱਚ ਮੁਖਤਲਿਫ ਜਿਹੜਾ ਪੰਜਾਬੀ ਦੇ ਹਵਾਲੇ ਨਾਲ ਕੋਈ ਜਿਹੜੇ ਉਹ ਮੌਜ਼ੂਆਤ ਜਿਨ੍ਹਾਂ ਦੇ ਉੱਤੇ ਸਾਡਾ ਖਿਆਲ ਹੈ ਕਿ ਥੋੜ੍ਹੀ ਜਿਹੀ ਗੱਲਬਾਤ ਦੀ ਜ਼ਰੂਰਤ ਹੈ ਜਾਂ ਉਸ ਤਰ੍ਹਾਂ ਗੱਲਬਾਤ ਨਹੀਂ ਹੋ ਸਕੀ, ਮੁਖਤਲਿਫ ਮੌਜ਼ੂ ਉਹਨਾਂ ਦੇ ਉੱਤੇ ਗੱਲਬਾਤ ਛੇੜਾਂਗੇ। ਔਰ ਮੈਂ ਸਮਝਦਾ ਪੰਜਾਬੀ ਦਾ ਇੱਕ ਤਾਲਿਬ ਇਲਮ ਹੋਣ ਦੇ ਹਵਾਲੇ ਨਾਲ ਕਿ ਸਾਡਾ ਜਿਹੜਾ ਇੱਕ ਬਹੁਤ ਵੱਡਾ ਪੰਜਾਬੀ ਅਦਬ ਦਾ ਇੱਕ ਹਿੱਸਾ ਹੈ ਕਿੱਸਾ ਅਦਬ। ਉਹਦੇ ਵਿੱਚ ਜਿਹੜਾ ਸਭ ਤੋਂ ਪੰਜਾਬ ਦੇ ਵਿੱਚ ਕੀ ਪੰਜਾਬ ਤੋਂ ਬਾਹਰ ਵੀ ਜਿਹੜਾ ਸਭ ਤੋਂ ਜ਼ਿਆਦਾ ਇਸ ਖਿੱਤੇ ਵਿੱਚ ਪਸੰਦ ਕੀਤਾ ਗਿਆ ਰੁਮਾਨੀ ਕਿੱਸਾ ਉਹ ਹੀਰ ਔਰ ਰਾਂਝੇ ਦਾ। ਔਰ ਇਹਦੇ ਉੱਤੇ ਨਾਂ ਜਿਹੜਾ ਅਸੀਂ ਜਦੋਂ ਵੀ ਲੈਂਦੇ ਤਾਂ ਇੱਕ ਆਮ ਬੰਦਾ ਜਿਹੜਾ ਉਹ ਸਿਰਫ ਵਾਰਿਸ ਸ਼ਾਹ ਨੂੰ ਜਾਣਦਾ ਹੈ, ਇੱਕ ਜਿਹੜਾ ਪੰਜਾਬ ਦਾ ਰਹਿਣ ਵਾਲਾ ਬੰਦਾ। ਵਾਰਿਸ ਸ਼ਾਹ ਤੋਂ ਇਲਾਵਾ ਵੀ ਬਹੁਤ ਸਾਰੇ ਲੋਕਾਂ ਨੇ ਕਿੱਸਾ ਲਿਖਿਆ, ਫਾਰਸੀ 'ਚ ਲਿਖਿਆ ਗਿਆ, ਹਿੰਦੀ 'ਚ ਲਿਖਿਆ ਗਿਆ। ਤਾਂ ਵਾਰਿਸ ਸ਼ਾਹ ਨੂੰ ਅਗਰ ਅਸੀਂ ਸ਼ਾਮਲ ਕਰ ਲਈਏ ਤਾਂ ਕਿਹਾ ਜਾਂਦਾ ਹੈ ਕਿ ਕੋਈ ਲਗਭਗ 200-250 ਦੇ ਦਰਮਿਆਨ ਇਹ ਗਿਣਤੀ ਹੈ ਜਿਨ੍ਹਾਂ ਲੋਕਾਂ ਨੇ ਕਿੱਸਾ ਮੁਖਤਲਿਫ ਵਕਤਾਂ 'ਚ ਮੁਖਤਲਿਫ ਜਿਹੜੀਆਂ ਅਦਬੀ ਸਿਨਫਾਂ ਨੇ ਉਹਨਾਂ ਦੇ ਵਿੱਚ ਇਹਨੂੰ ਲਿਖਿਆ, ਨਜ਼ਮ ਨਸਰ ਕੀਤਾ। ਅਤੇ ਇਹਦੇ 'ਚ ਸਭ ਤੋਂ ਜਿਹੜਾ ਪਹਿਲਾ ਨਾਂ ਪੰਜਾਬੀ ਕਿੱਸਾ ਨਗਾਰੀ ਦੇ ਹਵਾਲੇ ਨਾਲ ਜਾਂ ਪੰਜਾਬੀ ਵਿੱਚ ਹੀਰ ਰਾਂਝਾ ਦੇ ਹਵਾਲੇ ਨਾਲ ਉਹ ਦਮੋਦਰ ਦਾਸਤ ਹੈ। ਔਰ ਦਮੋਦਰ ਨੂੰ ਬਦਕਿਸਮਤੀ ਨਾਲ ਉਸ ਤਰ੍ਹਾਂ ਪੜ੍ਹਿਆ ਨਹੀਂ ਜਾ ਸਕਿਆ, ਉਹਨੂੰ ਨਾਮਨਾ ਉਨੀ ਮਕਬੂਲੀਅਤ ਨਹੀਂ ਮਿਲੀ ਜਿਹੜੀ ਉਹ ਡਿਜ਼ਰਵ ਕਰਦਾ ਸੀ, ਜਿਹੜਾ ਉਹਦਾ ਹੱਕ ਸੀ। ਉਹਦੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਵਜ੍ਹਾ ਤੋਂ ਦਮੋਦਰ ਦੂਜਿਆਂ ਨਾਲੋਂ ਮੈਂ ਸਮਝਦਾ ਕਿ ਬਹੁਤ ਅੱਗੇ ਹੈ। ਪਹਿਲੀ ਸਭ ਤੋਂ ਇਹ ਕਿ ਉਹਨੇ ਪੰਜਾਬੀ ਅਦਬ ਨੂੰ ਕਿੱਸੇ ਦੀ ਟ੍ਰੈਡੀਸ਼ਨ ਜਿਹੜੀ ਹੈ, ਕਿੱਸੇ ਦੀ ਰਵਾਇਤ ਉਹ ਦਿੱਤੀ। ਉਸ ਤੋਂ ਪਹਿਲੇ ਪੰਜਾਬੀ 'ਚ ਸਾਨੂੰ ਕੋਈ ਕਿੱਸਾ ਨਹੀਂ ਮਿਲਦਾ। ਦੂਜਾ ਇਹ ਕਿ ਜਿਹੜਾ ਇਹ ਕਿੱਸਾ ਹੀਰ ਰਾਂਝਾ ਅਵਾਮੀ ਸਤ੍ਹਾ 'ਤੇ ਬੇਸ਼ੱਕ ਇਹ ਮੌਜੂਦ ਸੀ ਪਹਿਲੇ, ਇਹ ਚੀਜ਼ਾਂ ਬਹੁਤ ਸਾਰੀਆਂ ਇੰਡੀਕੇਟਰ ਐਸੇ ਮਿਲਦੇ ਨੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਕਿੱਸਾ ਹੈ ਸੀ ਲੋਕਾਂ 'ਚ, ਲੇਕਿਨ ਉਹਨੂੰ ਬਤੌਰ ਇੱਕ ਅਦਬੀ ਇੱਕ ਸ਼ਾਹਕਾਰ ਦੇ ਉਹ ਸਭ ਤੋਂ ਪਹਿਲੇ ਦਮੋਦਰ ਨੇ ਕੀਤਾ। ਅਤੇ ਇਹ ਬੁਨਿਆਦੀ ਜਿਹੀ ਗੱਲ ਹੈ। ਇਸ ਤੋਂ ਇਲਾਵਾ ਫਿਰ ਜਦੋਂ ਅਸੀਂ ਫੰਨੇ ਕਿੱਸਾ ਨਿਗਾਰੀ ਦੀ ਗੱਲ ਕਰੀਏ ਤਾਂ ਦਮੋਦਰ ਜਿਹੜਾ ਉਹ ਹੈਰਤ ਹੁੰਦੀ ਹੈ ਅੱਜ ਤੋਂ ਇੰਨੇ 100 ਸਾਲ ਪਹਿਲੇ ਦਮੋਦਰ ਦਾ ਜਿਹੜਾ ਆਪਣਾ ਤੁਸੀਂ ਕਹੋ ਐਗਜ਼ੈਕਟ ਉਹਦਾ ਪੀਰੀਅਡ ਜਾਂ ਜ਼ਮਾਨਾ ਉਹ ਹਾਲੇ ਤੱਕ ਕੋਈ ਇਸ ਤਰ੍ਹਾਂ ਵਾਜ਼ੇ ਨਹੀਂ ਹੈ। ਉਹਨੇ ਜਿਹੜਾ ਜ਼ਿਕਰ ਆਪਣੇ ਕਿੱਸੇ 'ਚ ਬਾਰ-ਬਾਰ ਕੀਤਾ ਉਹ ਅਕਬਰ ਦਾ ਕੀਤਾ, ਅਕਬਰ ਦੀ ਬਾਦਸ਼ਾਹੀ ਦਾ ਕੀਤਾ, ਜਿਸ ਤੋਂ ਅਸੀਂ ਆਮ ਤੌਰ 'ਤੇ ਜਿਹੜੇ ਪੰਜਾਬੀ ਦੇ ਤਾਲਿਬ ਇਲਮ ਅਸੀਂ ਇਹ ਗਵੇੜ ਲਾਣੇ ਕਿ ਉਹਦਾ ਦੌਰ ਅਕਬਰ ਦਾ ਦੌਰ ਸੀ। ਅਗਰ ਅਕਬਰ ਦਾ ਦੌਰ ਅਸੀਂ ਗਿਣ ਲਈਏ ਜਾਂ ਉਹਦੇ ਫੌਰਨ ਬਾਅਦ ਦਾ ਜਿਹੜਾ ਦੌਰ ਹੈ ਅਤੇ ਤਾਂ ਵੀ ਇਸ ਕਿੱਸੇ ਨੂੰ ਤੁਸੀਂ ਦੇਖ ਲਓ ਕਿ ਕੋਈ 500 ਸਾਲ ਹੋ ਗਏ ਨੇ ਲਿਖੇ ਗਏ। ਅੱਛਾ, ਦਮੋਦਰ ਜਿਹੜਾ ਹੈ ਉਹਦੀਆਂ ਕੁਛ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਜਿਨ੍ਹਾਂ ਦੇ ਉੱਤੇ ਅੱਜ ਦੇ ਮੁਆਸ਼ਰੇ 'ਚ ਗੱਲ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਮਿਸਾਲ ਦੇ ਤੌਰ 'ਤੇ ਮੈਂ ਕਿਉਂਕਿ ਕੋਈ ਇਹ ਤਰਤੀਬ ਨਹੀਂ ਹੈ, ਇਹ ਅਸੀਂ ਦਮੋਦਰ ਦੇ ਹਵਾਲੇ ਨਾਲ ਇੱਕ ਸਿਰਫ ਤਾਰਫੀ ਜਿਹੀ ਗੱਲਬਾਤ ਕਰ ਰਹੇ। ਜਿਹੜੀ ਦਮੋਦਰ ਦਾ ਨਾਂ ਸੁਣ ਕੇ ਮੇਰੇ ਜ਼ਿਹਨ 'ਚ ਜਿਹੜਾ ਸਭ ਤੋਂ ਪਹਿਲੇ ਆਉਂਦਾ ਹੈ ਉਹ ਹੈ ਦਮੋਦਰ ਦੇ ਕੋਲ ਜਿਹੜੀ ਮਜ਼ਹਬੀ ਬਰਦਾਸ਼ਤ ਹੈ ਕਿ ਉਹਨੇ ਆਪਣੇ ਕਿੱਸੇ ਦੇ ਵਿੱਚ ਜਿਹੜੀ ਚੀਜ਼ਾਂ ਨੂੰ ਪ੍ਰੋਪੋਗੇਟ ਕੀਤਾ ਹੈ, ਜਿਸ ਤਰ੍ਹਾਂ ਉਹ ਵਾਕਿਆਤ ਨੂੰ ਲੈ ਕੇ ਆਇਆ, ਇਸਤਾਰੇ ਜਿਹੜੇ ਉਹਨੇ ਇਸਤੇਮਾਲ ਕੀਤੇ ਨੇ, ਤਸ਼ਬੀਹਾਂ ਇਸਤੇਮਾਲ ਕੀਤੀਆਂ, ਲਫ਼ਜ਼ੀ ਉਹਦੀ ਡਿਕਸ਼ਨ ਜਿਹੜੀ ਹੈ ਉਹ ਇਤਨੀ ਸ਼ਾਨਦਾਰ ਹੈ ਮਜ਼ਹਬੀ ਬਰਦਾਸ਼ਤ ਦੇ ਹਵਾਲੇ ਨਾਲ ਕਿ ਅੱਜ ਮਤਲਬ ਅਸੀਂ ਦੇਖਦੇ ਹਾਂ ਕਿ ਪੂਰੀ ਦੁਨੀਆ 'ਚ ਇਹ ਹੌਟ ਕੇਕ ਹੈ। ਮਜ਼ਹਬੀ ਬਰਦਾਸ਼ਤ, ਰਿਲੀਜੀਅਸ ਟੋਲਰੈਂਸ, ਨਾਨ ਵਾਇਲੈਂਸ ਦੁਨੀਆ ਦੇ 'ਤੇ ਗੱਲ ਕਰ ਰਹੀ ਹੈ। ਔਰ ਸਾਨੂੰ ਜ਼ਰੂਰਤ ਇਸ ਚੀਜ਼ ਦੀ ਹੈ ਕਿ ਅਸੀਂ ਇਹਦੇ ਉੱਤੇ ਗੱਲਬਾਤ ਨੂੰ ਰਿਵਾਜ ਦਈਏ ਔਰ ਉਹ ਚੀਜ਼ਾਂ ਖੋਜ ਕੇ ਸਾਹਮਣੇ ਲਿਆਈਏ ਜਿਹੜੀਆਂ ਇਹ ਸਾਬਤ ਕਰਨ ਕਿ ਜਿਹੜੇ ਏਜੰਡੇ 'ਤੇ ਦੁਨੀਆ ਅੱਜ ਗੱਲ ਕਰ ਰਹੀ ਹੈ ਜਾਂ ਮੁਤਫਿਕ ਹੈ, ਸਾਡੇ ਕੋਲ ਉਹਦੀ 1000 ਸਾਲਾ ਰਵਾਇਤ ਹੈ। ਬਾਬੇ ਫਰੀਦ ਤੋਂ ਅਸੀਂ ਸ਼ੁਰੂ ਹੋਈ ਅਗਰ ਪੰਜਾਬੀ ਸ਼ਾਇਰੀ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਬੜੀ ਭਰਪੂਰ ਰਵਾਇਤ ਮੌਜੂਦ ਹੈ
किस्सा ਜਦੋਂ ਸ਼ੁਰੂ ਹੋਇਆ ਪਹਿਲਾ ਕਿੱਸਾ ਦਮੋਦਰ ਨੇ ਲਿਖਿਆ ਉਹਦੇ ਵਿੱਚ ਉਹਦੀ ਭਰਪੂਰ ਰਵਾਇਤ ਮੌਜੂਦ ਹੈ। ਉਹਦਾ ਤੁਸੀਂ ਇਸ ਤੋਂ ਅੰਦਾਜ਼ਾ ਲਾ ਲਓ ਉਹਦੇ ਕੋਲ ਮਜ਼ਹਬੀ ਬਰਦਾਸ਼ਤ ਆ ਕਿ ਇੱਕ ਸ਼ਾਇਰ ਜਿਹਨੇ ਇੱਕ ਨਵਾਂ ਟ੍ਰੈਂਡ ਦਿੱਤਾ ਪੰਜਾਬੀ ਅਦਬ ਨੂੰ। ਉਹ ਕਿਸੇ ਜਗ੍ਹਾ ਤੋਂ ਤੁਸੀਂ ਪੂਰਾ ਕਿੱਸਾ ਪੜ੍ਹੋ, ਇੱਕ ਵਾਰੀ ਨਹੀਂ, 2 ਵਾਰੀ ਨਹੀਂ, 10 ਵਾਰੀ ਪੜ੍ਹੋ, ਤੁਸੀਂ ਇਹ ਨਹੀਂ ਫੜ ਸਕਦੇ ਕਿ ਇਹ ਬੰਦਾ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ। ਇਹ ਕਿੰਨੀ ਮਤਲਬ हैरत की गल भी है और कितनी वड्डी गल भी कि एक बंदा, और ये भी ज़हन च रहे कि साढ़े कोले जिहड़ी ज़्यादातर किस्से की ट्रेडिशन है वो यही चलता है कि किस्सा निगार रब दी हमद नात अपने मनकबत और उस तो बाद अपने वो किस्से वाल आंदा एक रिवाज। लेकिन दमोदर इन्ना बरीक शायर है कि उन्हें सिर्फ उन्हें कित्थों शुरू किया, अव्वल नाम साहिब दा लईए जिन ए जग तो पाया। इस तो इलावा वो कोई चीज़ नहीं मिलती। उन्हें कोई अपने तारुफ दे नाल अपना ना उन्हें दसिया, सिर्फ ना दमोदर ज़ात गुलाटी आया सिख सियाली, बस इस तो इलावा कुछ नहीं है। मजहबी जिहड़ी शनाख्त उहदे हवाले नाल पूरे किस्से च असीं देखदे जिस वेले सानू बहुत सारियां ऐसियां चीज़ां मिलदियां ने कि सानू लगदा कि यार ये जिहड़ा बंदा गल करने वाला शायद ये सिख है, फिर नहीं किसी मौके ते जा लगदा नहीं यार जिस तरह ने गल की है ये शायद हिंदू है। मतलब असीं उहनूं पूरे किस्से च फड़ ही नहीं सकते। ये मैं समझदा कि किसी शायर दा, और क्योंकि अदब जिहड़ा बुनियादी तौर पर मुआशरे नूं किसी नूं तुसीं जदों एक मुतवाज़न मुआशरा बनाना है तो उहनूं लाजमी तौर पर सैकुलर होना चाहिए। उहनूं असीं सैकुलर करन दा अदब जिहड़ा सारिਆਂ ਤੋਂ बेहतरीन तरीका है कि किसी भी मुआशरे का किसी भी जुबान का जिहड़ा अदब है वो ये तय करता है कि इस मुआशरे की जिहड़ी सिमत है, इस मुआशरे की डायरैक्शन है वो किवें बननी है। वो उहदे च असीं देखते हैं कि जिहड़े तरक्की याफ्ता मुआशरे ने उन्होंने इस चीज़ नूं समझिया बड़ा चिर पहले। मैनूं याद है कि असीं BA जिस वेले असीं पढ़दे सी ते एक बड़ा शानदार BA दी अंग्रेज़ी विच स्टीफन लीकॉक का एक मजमून सी, शायद स्टीफन लीक माई टेलर, वो इन्ना शानदार मजमून सी, मैनूं अज भी याद है, इन्ना प्यारा मजमून कि उहदे च कहानी की है कि एक बंदा है जिहदा एक दर्जी है, उहदे कोलों हो जाके कपड़े सवांदा है और वो उन्हां दा कोई अरसा 30 साल का ताल्लुक है। वो 30 सालों के विच उहदा बड़ा उन्हें कमाल का उहदा स्कैच जिहड़ा उहदा कलमी उहदा तस्वीर उहदी बनाई उन्हें, उहदा पैन पोर्ट्रेट है। अच्छा वो हुण वो बयान करदा है कि मैं उहदे कोल जाना है, इस तरह मेरा वो नाप लैंदा है, मैनूं कपड़े विखांदा है वगैरह वगैरह। एक दिन कहता मैं गया तो मैं देखा कि वो दुकान जिहड़ी है दर्जी कोई नहीं उत्थे। वो कहता मेरे ज़हन च उहदा फिक्स है कि वो मैं उन्होंने 28 साल तो या 30 साल तो वेख रहा कि NGO दुकान के पिछले हिस्से च खड़ा है, लत्त जिहड़ी इंज करके उहदा काउंटर बनांदा, उत्ते चुक के उहते कपड़ा खिलार के गाहक नूं दिखांदा। वो कोई नहीं उत्थे। मैं देखा कि अनपाइल कर रहे हैं उहदे दुकान चों, बहुत सारे लोग समान ला रहे हैं, कपड़े के थान उतार रहे हैं। मैं उन्होंने पूछा की होया तो पता लगे कि वो मर गया। मैनू बड़ा अफसोस होया। मैं कहता सोचा कि यार इन्ने चिर दा ताल्लुक सी, मैं चलो उहदे आखिरी रसूमात जिहड़ियां ने उहदे फ्यूनरल च मैं जावां। मैं गया उत्थे, जदों कहंदा मैं गया मैनू उदों पता लग्या कि वो बेचारा दर्जी सी ते उहदी पूरी नहीं पैंदी सी ते वो एक पार्ट टाइम जॉब के तौर पर किसी चर्च दे विच साइड्समैन की जॉब करता सी। मैनू उस दिन कहंदा पता लग्या कि उहदा मजहब के हवाले नाल की नुकता नज़र सी। सो ये बड़ी इहदे च बारीक जी एक गल है कि 30 साल के ताल्लुक च उन्होंने लोगों ने आपस के विच दो लोगों ने ये नहीं डिस्कस किया, ये गल नहीं की भी तू कौन है। जबकि साड़ी मैं समझदा कि अज जिहड़ी है साडे मुआशरे शिद्दत पसंदी उहदी वड्डी वजह ये है कि साडा दूसरा सवाल ये हुंदा है किसी नाल ताल्लुक बनाउण तो पहले असीं जदों देखने असीं उहनूं गैर महसूस तरीके नाल कुरेद करदे हो दी या उहनूं पुछ लैंदे हो तुसीं कौन हुंदे हो जां की हो। अच्छा इसे तरह असीं देखदे हुण दमोदर दे कोल जिहड़ी है मजहबी बर्दाश्त उहदे जिहड़े मतलब कई रंग ने। एक तो यह है कि लोगों के जिहड़े रोज़ दिहाड़ी दे कोई कार विहार ने, कोई डे टू डे वर्कस ने, उन्होंने विच फिर जिहड़ियां खुशियां गमियां दियां रस्मां ने, कोई इस तरह दी चीज़ां मिसाल के तौर पर जिस वेले हीर की शादी होने लगती है तो हुण दमोदर ने कमाल ये किया कि उन्हें वो दिखाया कि उहदी जिहड़ा हिंदू ट्रेडिशन च जिस तरह विआह हुंदा है कि पहले उहदे फेरे हुंदे ने या उहदियां लावां हुंदियां ने, सिखां दे कोल लावां दा लफ्ज़ वो बोलदे ने, हिंदू फेरे कहंदे ने, तो उन्हें वो लावां दिखाइयां ने। उस तो बाद उहदा निकाह उन्हें दिखाया। सो एक तो उन्हें इत्थे कमाल किया कि दोनों रवायतों नूं जोड़ता और पढ़ने वाला ये फड़ नहीं सकता कि बंदा ये कहना की चाह रहा है मुसलमान है या हिंदू है। इस तरह फिर बहुत सारिया चीज़ां कि जिहड़ियां चीज़ां हीर दा प्यो अपनी
ਬਰਾਦਰੀ ਕੋਲੋਂ ਉਹਦੇ ਜਿਹੜੇ ਸਿਆਲ ਉਹਦੇ ਭੈਣ ਭਰਾ ਕਜ਼ਨ ਵਗੈਰਾ ਹੈ ਨੇ ਸ਼ਰੀਕਾ ਟੱਬਰ ਉਹਨਾਂ ਕੋਲੋਂ ਲੁਕੋ ਰਿਹਾ, ਉਹਨਾਂ ਨਾਲ ਸ਼ੇਅਰ ਨਹੀਂ ਕਰ ਰਿਹਾ। ਉਹ ਚੀਜ਼ਾਂ ਉਹ ਇੱਕ ਬਾਹਮਣ ਦੇ ਨਾਲ ਬੈਠ ਕੇ ਸ਼ੇਅਰ ਕਰਦਾ ਹੈ ਔਰ ਉਹਦੇ ਨਾਲ ਮਸ਼ਵਰਾ ਕਰਦਾ ਹੈ ਕਿ ਮੈਂ ਕੀ ਕਰਾਂ, ਇਹ ਸੂਰਤ ਹਾਲ ਹੈ ਵਗੈਰਾ ਵਗੈਰਾ। ਸੋ ਇਹ ਬੜਾ ਨੁਕਤਾ ਹੈ ਜਿਹਨੂੰ ਸਮਝਣ ਦੀ ਜ਼ਰੂਰਤ ਹੈ ਕਿ ਉਸ ਵੇਲੇ ਲੋਕਾਂ ਦੀ ਜ਼ਿੰਦਗੀ 'ਚ ਇਹ ਕੋਈ ਅਹਿਮੀਅਤ ਨਹੀਂ ਰੱਖਦੀ ਸੀ ਇਹ ਗੱਲ ਕਿ ਅਗਲੇ ਦਾ ਮਜ਼ਹਬ ਕੀ ਹੈ, ਮੇਰਾ ਮਜ਼ਹਬ ਕੀ ਹੈ। ਅਹਿਮੀਅਤ ਕਿਸ ਗੱਲ ਦੀ ਸੀ ਕਿ ਮੇਰਾ ਇਹਦਾ ਮੁਆਸ਼ਰਤੀ ਸਤਹ 'ਤੇ ਮੁਆਸ਼ੀ ਸਤਹ 'ਤੇ ਤਾਲੁਕ ਕੀ ਹੈ। ਇਹ ਬੰਦਾ ਮੇਰਾ ਮੁਹੱਲੇਦਾਰ ਹੈ, ਇਹ ਮੇਰਾ ਗਨਾਈ ਹੈ, ਇਹ ਮੇਰਾ ਨੈਕਸਟ ਡੋਰ ਨੇਬਰ ਹੈ, ਇਹ ਜੋ ਵੀ ਇਹਦੇ ਨਾਲ ਮੇਰਾ ਤਾਲੁਕ ਜਿਹੜਾ ਉਹ ਕਿਸ ਗੱਲ 'ਤੇ ਡਿਟਰਮਨ ਹੋਏਗਾ, ਇਹਦੀ ਬੰਦਿਆਈ ਦੇ ਉੱਤੇ। ਔਰ ਅਗਰ ਅਸੀਂ ਦੇਖੀਏ ਵੈਸੇ ਤਾਂ ਇਹ ਗੱਲ ਤੇ ਸਾਡੇ ਸੋਹਣੇ ਨਬੀ ਨੇ ਹਦੀਸਾਂ 'ਚ ਵੀ ਬਾਰ-ਬਾਰ ਫਰਮਾਇਆ ਕਿ ਬਿਹਤਰ ਮੁਸਲਮਾਨ ਜਾਂ ਚੰਗਾ ਮੁਸਲਮਾਨ ਕਿਹੜਾ ਹੈ, ਜਿਹੜਾ ਦੂਸਰੇ ਲਈ ਫਾਇਦਾਮੰਦ ਹੈ, ਜਿਸ ਤੋਂ ਦੂਸਰੇ ਮੁਸਲਮਾਨ ਜਿਹਦੀ ਜ਼ੁਬਾਨ ਹੱਥ ਤੋਂ ਮਹਿਫੂਜ਼ ਨੇ। ਇਹ ਉਹ ਕ੍ਰਾਈਟੇਰੀਆ ਬੁਨਿਆਦੀ ਤੌਰ 'ਤੇ ਜਿਹਦੇ 'ਚੋਂ ਇਹ ਚੀਜ਼ਾਂ ਫਿਰ ਅਸੀਂ ਇਹਨੂੰ ਰਿਲੀਜੀਅਸ ਆਈਡੈਂਟੀਟੀ ਨੂੰ ਮਾਈਨਸ ਕਰਕੇ ਬੰਦੇ ਨੂੰ ਬੰਦੇ ਦੇ ਤੌਰ 'ਤੇ ਜਦੋਂ ਦੇਖਣਾ ਸ਼ੁਰੂ ਕਰਾਂਗੇ ਤੇ ਉਦੋਂ ਇੱਕ ਬੈਲੈਂਸਡ ਔਰ ਇੱਕ ਮੁਤਵਾਜ਼ਨ ਜਿਹੜਾ ਮੁਆਸ਼ਰਾ ਉਹਦਾ ਕਿਆਮ ਜਿਹੜਾ ਉਹ ਹੋ ਸਕਦਾ ਹੈ। ਇਸ ਤੋਂ ਇਲਾਵਾ ਮਤਲਬ ਕਿਸੇ ਦੇ ਵਿੱਚ ਜਿਹੜਾ ਦਮੋਦਰ ਨੇ ਲਫ਼ਜ਼ ਜਿਹੜੇ ਉਹਨੇ ਲਫ਼ਜ਼ਾਲੀ ਉਹਦੀ ਡਿਕਸ਼ਨ ਜਿਹੜੀ ਉਹਨੇ ਵਰਤੀ ਹੈ, ਬਹੁਤ ਸਾਰੇ ਲਫ਼ਜ਼ ਐਸੇ ਹੁੰਦੇ ਨੇ ਜਿਹੜੇ ਅਸੀਂ ਦੇਖਦੇ ਹਾਂ ਕਿ ਮਿਸਾਲ ਦੇ ਤੌਰ 'ਤੇ ਜਿਹੜੇ ਕਿਸੇ ਖਾਸ ਅਕੀਦੇ, ਖਾਸ ਮਜ਼ਹਬ, ਖਾਸ ਫਿਰਕੇ ਦੇ ਨਾਲ ਜੁੜ ਜਾਂਦੇ ਨੇ। ਮਸਲਨ ਅਸੀਂ ਮੁਸਲਮਾਨ ਜਿਹੜੇ ਅਸੀਂ ਅੱਲਾ ਦਾ ਲਫ਼ਜ਼ ਇਸਤੇਮਾਲ ਕਰਦੇ ਹਾਂ ਗੋਡ ਲਈ, ਰੱਬ ਲਈ। ਰੱਬ ਵੀ ਕਹਿੰਦੇ ਹਾਂ, ਅੱਲਾ ਕਹਿੰਦੇ ਹਾਂ, ਖੁਦਾ ਕਹਿੰਦੇ ਹਾਂ। ਲੇਕਿਨ ਇਹ ਲਫ਼ਜ਼ ਹਿੰਦੂ ਇਸਤੇਮਾਲ ਨਹੀਂ ਕਰਦੇ, ਇਹ ਲਫ਼ਜ਼ ਸਿੱਖ ਨਹੀਂ ਵਰਤਦੇ। ਲਿਹਾਜ਼ਾ ਉਹਨੇ ਜਿੱਥੇ ਵੀ ਕਿਤੇ ਇਸ ਤਰ੍ਹਾਂ ਦਾ ਕੋਈ ਮੁਕਾਮ ਆਇਆ ਤੇ ਦਮੋਦਰ ਨੇ ਬੜੀ ਸਫਾਈ ਨਾਲ ਉਹਨੇ ਮਿਸਲ ਨੂੰ ਸ਼ੁਰੂ ਹੀ ਦੇਖੋ ਕਿੱਥੋਂ ਹੋ ਰਿਹਾ। ਅਵਲ ਨਾਮ ਸਾਹਿਬ ਦਾ ਲਈਏ ਜਿਨ ਇਹ ਜਗ ਤੋਂ ਪਾਇਆ, ਕਿ ਉਹਦੇ ਨਾਂ ਤੋਂ ਉਹਦੀ ਹਮ ਤੋਂ ਸ਼ੁਰੂ ਕਰੀਏ ਜਿਹਨੇ ਇਹ ਜੱਗ ਉਪਾਇਆ, ਜਿਹਨੇ ਇਹ ਜੱਗ ਪੈਦਾ ਕੀਤਾ ਹੈ। ਔਰ ਉੱਥੇ ਉਹਨੇ ਅੱਲਾ ਵਾਸਤੇ ਕਿਹੜਾ ਲਫ਼ਜ਼ ਲਿਆ? ਸਾਹਿਬ। ਸੋ ਇਹ ਐਸਾ ਲਫ਼ਜ਼ ਹੈ ਜਿਹੜਾ ਬੜਾ ਸ਼ਾਇਸਤਾ ਜਿਹਾ, ਬੜਾ ਨਰਮ ਜਿਹਾ, ਜਿਹਦੇ ਉੱਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਸੋ ਇਹ ਦਮੋਦਰ ਦਾ ਕਮਾਲ ਹੈ ਕਿ ਉਹਨੇ ਜਗ੍ਹਾ ਜਗ੍ਹਾ ਇਹ ਚੀਜ਼ ਦੱਸੀ ਹੈ ਕਿ ਅਗਲੇ ਬੰਦੇ ਨੂੰ ਰਿੰਝ ਕੀਤੇ ਬਗੈਰ ਤੁਸੀਂ ਆਪਣੀ ਗੱਲ ਕਿਸ ਤਰ੍ਹਾਂ ਕਰਨੀ ਹੈ। ਔਰ ਮੈਂ ਸਮਝਦਾ ਕਿ ਅਦਬ ਦਾ ਜਿਹੜਾ ਕਰੀਨਾ ਅਦਬ ਸਾਨੂੰ ਜ਼ਿੰਦਗੀ ਜੀਣ ਦਾ ਦੱਸਦਾ ਹੈ, ਉਹਦੇ 'ਚ ਬੜਾ ਵੱਡਾ ਇਹ ਨੁਕਤਾ ਹੈ ਕਿ ਤੁਸੀਂ ਆਪਣੀ ਗੱਲ ਕਰਨੀ ਹੈ, ਦੂਸਰੇ ਬੰਦੇ ਨੂੰ ਰਿੰਝ ਨਹੀਂ ਕਰਨਾ। ਉਹਦੇ ਕੋਈ ਖਾਸ ਜਜ਼ਬਾਤ ਜਿਸ ਲਫ਼ਜ਼ ਨਾਲ ਵਾਬਸਤਾ ਨੇ, ਜੇ ਅਸੀਂ ਦੇਖਦੇ ਹਾਂ ਕਿ ਲਫ਼ਜ਼ ਬੁਨਿਆਦੀ ਕਿਰਦਾਰ ਅਦਾ ਕਰਦੇ ਨੇ ਸਾਡੀ ਗੁਫ਼ਤਗੂ ਵਿੱਚ ਕਿ ਅਸੀਂ ਦੂਸਰੇ ਬੰਦਿਆਂ ਦੇ ਸਾਹਮਣੇ ਕਿਵੇਂ ਦੇ ਲੱਗਣਾ ਜਾਂ ਅਸੀਂ ਕਿਵੇਂ ਬਣ ਕੇ ਹੋਣਾ ਲੋਕਾਂ ਦੇ ਸਾਹਮਣੇ। ਇਹ ਲਫ਼ਜ਼ ਤੁਹਾਡੇ ਤੈਅ ਕਰਦੇ ਨੇ, ਤੁਹਾਡੇ ਜਿਹੜਾ ਤਾਸੁਰਾਤ, ਤੁਹਾਡੀ ਬਾਡੀ ਲੈਂਗੁਏਜ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਕੱਠੀਆਂ ਹੁੰਦੀਆਂ ਨੇ ਤੁਹਾਡੀ ਲਫ਼ਾਜ਼ੀ 'ਚ ਆ ਕੇ, ਤੁਹਾਡੀ ਡਿਕਸ਼ਨ ਦੇ ਵਿੱਚ ਆ ਕੇ। ਔਰ ਦਮੋਦਰ ਨੇ ਸ਼ੌਰੀ ਤੌਰ 'ਤੇ ਪੂਰੇ ਕਿੱਸੇ ਦੇ ਵਿੱਚ ਉਹਨੇ ਇਹ ਲਫ਼ਜ਼ ਜਿਹੜੇ ਹੈ ਨੇ ਉਹਨੇ ਇੰਜ ਕਰਕੇ ਵਰਤੇ ਨੇ, ਸਾਈਂ, ਰੱਬ, ਮਾਲਕ, ਸਾਹਿਬ। ਇਹ ਅੱਲਾ ਵਾਸਤੇ ਜਿਹੜੇ ਲਫ਼ਜ਼ ਦਮੋਦਰ ਨੇ ਇਸਤੇਮਾਲ ਕੀਤੇ। ਸੋ ਇਹ ਸਾਰੇ ਉਹ ਲਫ਼ਜ਼ ਨੇ ਜਿਹੜੇ ਮੇਰੇ ਖਿਆਲ ਹੈ ਕਿਸੇ ਵਾਸਤੇ ਵੀ ਕੋਈ ਕਾਬਲੇ ਇਤਰਾਜ਼ ਲਫ਼ਜ਼ ਨਹੀਂ ਹੈ, ਸਾਰਿਆਂ ਵਾਸਤੇ ਕਾਬਲੇ ਕਬੂਲ ਨੇ। ਸੋ ਇੰਜ ਕਰਕੇ ਦਮੋਦਰ ਨੇ ਪੂਰੀ ਇੱਕ ਰਵਾਇਤ ਜਿਹੜੀ ਉਹ ਪੰਜਾਬੀ ਦੀ ਅਦਬ ਵਿੱਚ ਕਾਇਮ ਕੀਤੀ ਕਿ ਕਿਉਂ ਪੰਜਾਬ ਜਿਹੜਾ ਉਹ ਸ਼ੁਰੂ ਤੋਂ ਜਿਹਨੂੰ ਅਸੀਂ ਕਹਿੰਦੇ ਮਲਟੀ ਰਿਲੀਜਨ ਕਿਸਮ ਦਾ ਖਿੱਤਾ ਹੈ, ਕਸੀਰ ਮਜ਼ਹਬੀ ਕਿਸਮ ਦਾ, ਕਸੀਰ ਲਿਸਾਨੀ ਕਿਸਮ ਦਾ ਇੱਕ ਖਿੱਤਾ ਹੈ। ਇੱਥੇ ਬਹੁਤ ਸਾਰੀਆਂ ਤਹਿਜ਼ੀਬਾਂ, ਬਹੁਤ ਸਾਰੇ ਮਜ਼ਹਬ ਉਹ ਨਾਲ ਇਕੱਠੇ ਰਹੇ ਨੇ। ਔਰ ਅਗਰ ਅਸੀਂ ਮਾਜ਼ੀ ਕਰੀਬ ਨੂੰ ਛੱਡ ਦਈਏ ਤੇ ਪਹਿਲੇ ਪੂਰੇ ਜਿਹੜੀ ਹਿੰਦੁਸਤਾਨ ਦੀ ਜਾਂ ਇਸ ਖਿੱਤੇ ਦੀ ਜਿਹੜੀ ਰਵਾਇਤ ਹੈ ਉਹਦੇ 'ਚ ਸਾਨੂੰ ਇਹ ਸਾਰਾ ਕੁਝ ਮਿਲਦਾ ਹੈ ਕਿ ਲੋਕ ਇਕੱਠੇ ਰਹਿ ਰਹੇ ਸਨ। ਕਿਸੇ ਦਾ ਮਸਲਾ ਜਿਹੜਾ ਦੂਜੇ ਦਾ ਮਜ਼ਹਬ ਨਹੀਂ ਸੀ, ਕਿਸੇ ਬੰਦੇ ਦਾ ਮਸਲਾ ਦੂਸਰੇ ਬੰਦੇ ਦਾ ਮਜ਼ਹਬ ਨਹੀਂ ਸੀ। ਇਸ ਖਿੱਤੇ ਦੀ ਟ੍ਰੈਡੀਸ਼ਨ ਹੈ, ਇਸ ਖਿੱਤੇ ਦਾ ਰਿਵਾਜ ਇਹ ਹੈ ਕਿ ਦੂਸਰੇ ਬੰਦੇ ਦਾ ਜੋ ਵੀ ਮਜ਼ਹਬ ਹੈ, ਦੂਸਰੇ ਬੰਦੇ ਦੇ ਜੋ ਵੀ ਅਕੀਦਾ ਹੈ, ਤੁਹਾਡਾ ਉਹਦੇ ਨਾਲ ਜਿਹੜਾ ਤਾਲੁਕ ਹੈ ਉਹ ਤੁਹਾਡੇ ਆਪਸੀ ਮੇਲ ਜੋਲ ਦੇ ਉੱਤੇ ਉਹਦੇ ਨਾਲ ਉਹ ਤੈਅ ਹੋਏਗਾ। ਦਿੱਲੀ ਹਮੇਸ਼ਾ ਤੋਂ ਬੜੀ ਉਥਲ ਪੁਥਲ, ਬੜੀ ਉਖਾੜ ਪਛਾੜ ਔਰ ਬੜੀ ਜਿਹੜੀ ਤਾਜੋ ਤਖਤ ਦੀ ਜੰਗ ਮਰਕਜ਼ ਰਿਹਾ ਦਿੱਲੀ ਪੂਰੀ ਇਨਸਾਨੀ ਤਾਰੀਖ ਵਿੱਚ, ਹਿੰਦੁਸਤਾਨ ਦੀ ਤਾਰੀਖ ਵਿੱਚ ਖਾਸ ਤੌਰ 'ਤੇ। ਲੇਕਿਨ ਅਸੀਂ ਦੇਖਦੇ ਹਾਂ ਕਿ ਉਹ ਜਿੰਨੀ ਵੀ ਜਿਹੜੀ ਉਹ ਲੁੱਟ ਖੋਹ ਹੈ, ਉਹ ਮਾਰਤ ਕੱਟ ਹੈ, ਉਹਦਾ ਸਾਰੇ ਦਾ ਜਿਹੜਾ ਅਸਰ ਹੈ, ਉਹਦਾ ਜਿਹਨੂੰ ਅਸੀਂ ਕਹਿੰਦੇ ਟ੍ਰਿਕਲ ਡਾਊਨ ਇਫੈਕਟ,
ਉਹ ਸਾਨੂੰ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ 'ਚ ਨਹੀਂ ਨਜ਼ਰ ਆਉਂਦਾ। ਲੋਕਾਂ ਦਾ ਆਪਸ ਦੇ ਵਿੱਚ ਉਹਦੇ ਨਾਲ ਕੋਈ ਤਾਲੁਕ ਨਹੀਂ। ਮੁਗਲ 1000 ਸਾਲ ਹਕੂਮਤ ਕਰ ਗਏ, 600 ਸਾਲ ਕਰ ਗਏ, ਹਿੰਦੂ ਮੁਸਲਿਮ ਤਾਲੁਕ ਦਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਹੈ। ਅੰਗਰੇਜ਼ ਆ ਗਏ, ਸਿੱਖ ਆ ਗਏ, ਉਹਨਾਂ ਨੇ ਲੋਕਾਂ ਦੀ ਸਮਾਜੀ ਸਤਹ 'ਤੇ ਜਿਹੜੀ ਜ਼ਿੰਦਗੀ ਹੈ, ਜਿਹੜਾ ਮੇਲ ਜੋਲ ਹੈ, ਖੁਸ਼ੀ ਗਮੀ, ਭਾਈਚਾਰਾ, ਉਹਨੂੰ ਕਤਨ ਮੁਤਾਸਰ ਨਹੀਂ ਕੀਤਾ। ਇਹ ਬੜੀ ਵੱਡੀ ਗੱਲ ਹੈ। ਔਰ ਇਹ ਸਾਰੀਆਂ ਚੀਜ਼ਾਂ ਸਾਨੂੰ ਦਮੋਦਰ ਦੇ ਕਿੱਸੇ ਦੇ ਵਿੱਚ ਗਾਹੇ ਬਗਾਹੇ ਬਾਰਹਾ ਮਿਲਦੀਆਂ ਨੇ। ਬਾਰ ਉਹਨੇ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ। ਸੋ ਦਮੋਦਰ ਜਿਹੜਾ ਉਹ ਐਸਾ ਸ਼ਾਇਰ ਹੈ ਜਿਹਨੂੰ ਮੌਜੂਦਾ ਦੌਰ ਦੇ ਵਿੱਚ ਪੜ੍ਹੇ ਜਾਣ ਦੀ ਬੜੀ ਜ਼ਰੂਰਤ ਹੈ। ਕਿਉਂਕਿ ਇਸ ਵੇਲੇ ਜਿਹੜਾ ਵਰਲਡ ਪੀਸ ਹੈ, ਉਹਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਕਿ ਅਸੀਂ ਇਹ ਚੀਜ਼ਾਂ ਸਾਹਮਣੇ ਲਿਆਈਏ ਜਿਹਨਾਂ ਤੋਂ ਪਤਾ ਲੱਗੇ ਕਿ ਇਸ ਖਿੱਤੇ ਦੇ ਲੋਕ, ਇਸ ਜਗ੍ਹਾ ਦੇ ਲੋਕ ਜਿਹੜੇ ਨੇ ਉਹ ਕਿੰਨੇ ਪੀਸ ਲਵਿੰਗ ਲੋਕ ਸਨ, ਕਿੰਨੇ ਉਹ ਆਪਸੀ ਮੇਲ ਵਿਚਾਰ ਜਿਹੜਾ ਪਿਆਰ ਮੁਹੱਬਤ ਹੈ ਉਹਦੇ ਉੱਤੇ ਕਿੰਨਾ ਯਕੀਨ ਕਰਦੇ ਸਨ। ਸੋ ਇਹ ਅੱਜ ਦੀ ਜਿਹੜੀ ਗੁਫ਼ਤਗੂ, ਇਹ ਸਿਰਫ ਇੱਕ ਤਾਰਫੀ ਜਿਹੀ ਗੱਲਬਾਤ ਸੀ ਦਮੋਦਰ ਦੇ ਇੱਕ ਜਿਹੜਾ ਰੁੱਖ ਹੈ ਉਹਦੇ ਹਵਾਲੇ ਨਾਲ। ਉਹ ਵੀ ਭਰਪੂਰ ਨਹੀਂ ਸੀ, ਇਹਦੇ 'ਤੇ ਸੀ ਪੂਰੀ ਜਿਹੜੀ ਜਾਮੇ ਕਿਸਮ ਦੀ ਗੱਲਬਾਤ ਉਹ ਬਾਅਦ ਵਿੱਚ ਕਰਾਂਗੇ। ਔਰ ਇਹ ਸਿਲਸਿਲਾ ਇੰਸ਼ਾਅੱਲਾ ਅੱਗੇ ਚੱਲੇਗਾ। ਮੈਂ ਅੰਗਾਰੇ TV ਦੇ ਸਾਰੇ ਨਾਜ਼ਰੀਨ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਚੰਦ ਮਿੰਟ ਆਪਣੇ ਇਸ ਗੱਲਬਾਤ ਵਾਸਤੇ ਕੱਢੇ। ਔਰ ਇੰਸ਼ਾਅੱਲਾ ਬਹੁਤ ਜਲਦ ਅਸੀਂ ਬਾਕੀ ਜਿਹੜੀ ਇਹ ਸੀਰੀਜ਼ ਹੈ ਇਹਨੂੰ ਅਸੀਂ ਕਰਾਂਗੇ। ਦਮੋਦਰ ਦੇ ਕੋਲ ਬਹੁਤ ਕੁਛ ਹੈ ਜਿਹਦੇ ਉੱਤੇ ਗੱਲਬਾਤ ਹੋ ਸਕਦੀ ਹੈ, ਜਿਹਨੂੰ ਉਹਦਾ ਨਾ ਪੜ੍ਹੇ ਜਾਣ ਦੀ ਸਭ ਤੋਂ ਵੱਡੀ ਵਜ੍ਹਾ ਕਿ ਉਹਦਾ ਜਿਹੜਾ ਲਹਿਜਾ ਹੈ, ਉਹਦਾ ਡਿਕਸ਼ਨ ਹੈ, ਉਹ ਪਿਓਰ ਜੰਗੋਚੀ ਡਾਇਲੈਕਟ ਉਹਦਾ, ਜਾਂ ਸ਼ਾਹਪੁਰੀ ਜਿਹਨੂੰ ਅਸੀਂ ਕਹਿੰਦੇ, ਉਹ ਲਹਿਜਾ ਹੈ, ਜਿਹਦੀ ਵਜ੍ਹਾ ਤੋਂ ਉਹ ਉਸ ਤਰ੍ਹਾਂ, ਕਿਉਂਕਿ ਸਾਰਾ ਜਿਹੜਾ ਪੰਜਾਬੀ ਦੇ ਹਵਾਲੇ ਨਾਲ ਜਿਹੜਾ ਲਿਖ ਪੜ੍ਹ ਦਾ ਮਰਕਜ਼ ਉਹ ਲਾਹੌਰ ਬਣ ਗਿਆ, ਔਰ ਦਮੋਦਰ ਜਿਹੜਾ ਇਸ ਹਵਾਲੇ ਨਾਲ ਥੋੜ੍ਹਾ ਜਿਹਾ ਥੱਲੇ ਚਲਾ ਗਿਆ। ਵਰਨਾ ਉਹਦੇ ਕੋਲ ਐਸੀਆਂ ਜਿਹੜੀਆਂ ਇਮਤਿਆਜ਼ੀ ਵਸਫ ਨੇ ਉਹਦੇ ਜਿਹੜੇ ਸ਼ਾਇਦ ਦੂਜੇ ਸ਼ਾਇਰਾਂ ਦੇ ਕੋਲ ਕੋਈ ਨਹੀਂ।